ਸਤਿਗੁਰੂ ਧੰਨ ਗੁਰੂ ਅੰਗਦ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਸ਼ਲੋਕ ਹੈ। ਮਹਾਰਾਜ ਜੀ ਉਸ ਸ਼ਲੋਕ ਦੇ ਅੰਦਰ 5 ਚੀਜ਼ਾਂ ਦਾ ਤਿਆਗ ਕਰਨ ਦੇ ਲਈ ਕਹਿੰਦੇ ਨੇ। 5 ਚੀਜ਼ਾਂ ਨੂੰ ਮਹਾਰਾਜ ਕਹਿੰਦੇ ਛੱਡ ਦਿਓ, ਆਪਣੇ ਜੀਵਨ ਚੋਂ ਬਾਹਰ ਕੱਢ ਦਿਓ। ਔਰ ਮਹਾਰਾਜ ਜੀ ਕਹਿੰਦੇ ਕਿ 5 ਚੀਜ਼ਾਂ ਨੂੰ ਤੁਸੀਂ ਆਪਣੇ ਅੰਦਰੋਂ ਬਾਹਰ ਕੱਢਣਾ ਹੈ, ਪੁੱਟ ਕੇ ਬਾਹਰ ਸੁੱਟ ਦੇਣਾ ਹੈ, ਆਪਣੇ ਅੰਦਰ ਜਗ੍ਹਾ ਨਹੀਂ ਦੇਣੀ। 5 ਚੀਜ਼ਾਂ ਤੋਂ ਆਪਣੇ ਆਪ ਨੂੰ ਤੁਸੀਂ ਬਚਾ ਕੇ ਰੱਖਣਾ ਹੈ। ਉਹਦੇ ਨਾਲ ਹੀ ਮਹਾਰਾਜ ਕਹਿੰਦੇ ਥੋੜ੍ਹਾ ਜਿਹਾ ਤੁਹਾਨੂੰ ਧਿਆਨ ਦੇਣਾ ਪਏਗਾ ਆਪਣੀਆਂ ਅੱਖਾਂ ਵੱਲ, ਆਪਣੀਆਂ ਕੰਨਾਂ ਵੱਲ। ਅੱਖਾਂ ਦੇ ਵੱਲ ਵਿਸ਼ੇਸ਼ ਧਿਆਨ ਰੱਖਣਾ ਹੈ ਤੇ ਕੰਨਾਂ ਵੱਲ ਵਿਸ਼ੇਸ਼ ਧਿਆਨ ਰੱਖਣਾ ਹੈ। ਇਹ 2 ਸਾਡੇ ਗਿਆਨ ਇੰਦਰੀ ਐਸੇ ਨੇ ਜਿਨ੍ਹਾਂ ਦੇ ਰਾਹੀਂ ਅਸੀਂ ਬਹੁਤਾ ਗ੍ਰਹਿਣ ਕਰਦੇ ਹਾਂ। ਇਹਨਾਂ ਦੇ ਰਾਹੀਂ ਅਸੀਂ ਬਾਹਰੋਂ ਅੰਦਰ ਵੱਲ ਬਹੁਤ ਕੁਝ ਲੈ ਕੇ ਜਾਂਦੇ ਹਾਂ, ਅੱਖਾਂ ਦੇ ਰਾਹੀਂ ਤੇ ਕੰਨਾਂ ਦੇ ਰਾਹੀਂ। ਹਾਲਾਂਕਿ ਜਿਹੜੇ ਹੋਰ ਗਿਆਨ ਇੰਦਰੀ ਨੇ ਉਹਨਾਂ ਦੇ ਰਾਹੀਂ ਵੀ ਅਸੀਂ, ਇਹ ਨਾਸਿਕਾ ਹੈ, ਸਪਰਸ਼ ਹੈ, ਹੋਰ ਕਰਮ ਇੰਦਰੀ, ਗਿਆਨ ਇੰਦਰੀ ਜਿਹੜੇ ਨੇ ਸਾਡੇ, ਉਹਨਾਂ ਦੇ ਰਾਹੀਂ ਵੀ ਅਸੀਂ ਬਹੁਤ ਕੁਝ ਅੰਦਰ ਲੈ ਕੇ ਜਾਂਦੇ ਹਾਂ ਆਪਣੇ, ਜਿਹਨੂੰ ਅਸੀਂ ਸੰਭਾਲਦੇ ਹਾਂ, ਸਿੰਚਦੇ ਹਾਂ, ਇਕੱਠਾ ਕਰਦੇ ਹਾਂ, ਇਕੱਤਰਿਤ ਕਰਕੇ ਰੱਖਦੇ ਹਾਂ। ਪਰ ਬਹੁਤਾ ਮਹਾਰਾਜ ਕਹਿੰਦੇ ਅੱਖਾਂ ਦੇ ਰਾਹੀਂ ਤੇ ਕੰਨਾਂ ਦੇ ਰਾਹੀਂ ਸਾਡੇ ਅੰਦਰ ਜਾਂਦਾ ਹੈ। ਇਹਨਾਂ ਦੋਨਾਂ ਵੱਲ ਮਹਾਰਾਜ ਕਹਿੰਦੇ ਧਿਆਨ ਰੱਖਣਾ ਹੈ। ਗੁਰੂ ਅੰਗਦ ਸੱਚੇ ਪਾਤਸ਼ਾਹ ਜੀ ਕਹਿੰਦੇ ਅੱਖੀਂ ਬਾਝੋਂ ਵੇਖਣਾ, ਬਿਨ ਕੰਨਾਂ ਸੁਣਨਾ। ਕਹਿੰਦਾ ਅੱਖਾਂ ਤੋਂ ਬਿਨਾਂ ਦੇਖਣਾ ਹੈ ਤੇ ਕੰਨਾਂ ਤੋਂ ਬਿਨਾਂ ਸੁਣਨਾ ਹੈ। ਉਹਨਾਂ ਦਾ ਅਰਥ ਕੀ ਹੋਇਆ ਜੀ? ਅੱਖੀਂ ਬਾਝੋਂ ਵੇਖਣਾ, ਇਹਦਾ ਅਰਥ ਹੈ ਕਿ ਉਹ ਆਦਤ ਸਾਡੀਆਂ ਅੱਖਾਂ ਦੀ, ਜਿਸ ਆਦਤ ਤੋਂ ਮਜਬੂਰ ਹੋ ਕੇ ਅਸੀਂ ਇਹਨਾਂ ਅੱਖਾਂ ਨਾਲ ਪਰ ਤਨ, ਪਰ ਧਨ, ਪਰ ਰੂਪ ਦੇਖਦੇ ਹਾਂ। ਮਹਾਰਾਜ ਕਹਿੰਦੇ ਇਸ ਚੀਜ਼ ਨੂੰ ਛੱਡ ਦੇਣਾ ਹੈ। ਪਹਿਲੀ, ਇਹਨਾਂ ਅੱਖਾਂ ਦੇ ਰਾਹੀਂ ਕੀ ਕਰਨਾ ਹੈ? ਕਿਉਂਕਿ ਜੋ ਤੁਸੀਂ ਦੇਖਿਆ ਤੁਹਾਡੇ ਅੰਦਰ ਜਾਣਾ ਹੈ, ਜੋ ਤੁਹਾਡੇ ਅੰਦਰ ਗਿਆ ਉਹ ਤੁਹਾਡੇ ਮਨ ਦੀ ਖੁਰਾਕ ਬਣਨਾ ਹੈ। ਕਈ ਵਾਰੀ ਕਈ ਸੱਜਣ ਗਿਲਾ ਕਰਦੇ ਨੇ, ਤੁਸੀਂ ਵੀ ਕਰਦੇ ਹੋਵੋਗੇ, ਮੈਂ ਵੀ ਤੁਹਾਡੇ ਵਿੱਚ ਹੀ ਸ਼ਾਮਲ ਹਾਂ। ਸਾਡਾ ਬਹੁਤਿਆਂ ਦਾ ਗਿਲਾ ਹੁੰਦਾ ਹੈ, ਮਨ ਟਿਕਦਾ ਨਹੀਂ, ਮਨ ਬੜਾ ਬੇਚੈਨ ਰਹਿੰਦਾ ਹੈ, ਮਨ ਦੌੜਦਾ ਬੜਾ ਹੈ, ਮਨ ਭੱਜਦਾ ਬੜਾ ਹੈ, ਮਨ ਸਥਿਰ ਨਹੀਂ ਹੁੰਦਾ, ਮਨ ਸ਼ਾਂਤ ਨਹੀਂ ਹੁੰਦਾ। ਗੁਰਮੁਖ ਪਿਆਰਿਓ, ਜਿੰਨਾ ਸਮਾਂ ਤੁਸੀਂ ਆਪਣੀਆਂ ਅੱਖਾਂ ਵੱਲ ਧਿਆਨ ਨਹੀਂ ਦਿਓਗੇ, ਕੰਨਾਂ ਵੱਲ ਧਿਆਨ ਨਹੀਂ ਦਿਓਗੇ, ਤੁਹਾਡਾ ਮਨ ਸਥਿਰ ਨਹੀਂ ਹੋਏਗਾ। ਇਸ ਗੱਲ ਨੂੰ ਧਿਆਨ ਨਾਲ ਸਰਵਣ ਕਰਿਆ ਜੀ। ਮਹਾਰਾਜ ਕਹਿੰਦੇ ਜਿੰਨਾ ਸਮਾਂ ਤੁਸੀਂ ਆਪਣੇ ਅੱਖਾਂ ਤੇ ਆਪਣੇ ਕੰਨਾਂ ਵੱਲ ਧਿਆਨ ਨਹੀਂ ਦਿੰਦੇ, ਤੁਹਾਡਾ ਮਨ ਸਥਿਰ ਨਹੀਂ ਹੋਏਗਾ। ਅਗਰ ਤੁਸੀਂ ਭੋਜਨ ਛਕਦੇ ਹੋ ਤੇ ਭੋਜਨ ਕੁਝ ਐਸਾ ਛਕ ਲੈਂਦੇ ਹੋ ਜਿਹੜਾ ਅੰਦਰ ਜਾ ਕੇ ਦਿੱਕਤ ਕਰਦਾ ਹੈ, ਤੁਹਾਡੇ ਸਰੀਰ ਨੂੰ ਦੁਖੀ ਕਰ ਦਿੰਦਾ ਹੈ। ਮਹਾਰਾਜ ਕਹਿੰਦੇ ਜਿਤ ਖਾਧੈ ਤਨ ਪੀੜੀਐ, ਮਨ ਮੈਂ ਚੱਲੈ ਵਿਕਾਰ। ਡਾਕਟਰ ਕੋਲ ਜਾਂਦੇ ਹੋ ਤੁਸੀਂ, ਡਾਕਟਰ ਕਹਿੰਦਾ ਵੀ ਆਹ ਖਾਣਾ ਨਹੀਂ ਖਾਣਾ। ਅਗਰ ਤੇ ਤੁਸੀਂ ਉਹਨੂੰ ਤਿਆਗ ਦਿੰਦੇ ਹੋ, ਤੁਸੀਂ ਠੀਕ ਹੋ ਜਾਂਦੇ ਹੋ। ਪਰ ਜੇਕਰ ਫਿਰ ਦੁਬਾਰਾ ਤੁਸੀਂ ਉਹਨੂੰ ਖਾਓਗੇ, ਫਿਰ ਤੁਹਾਨੂੰ ਦੁਖੀ ਕਰੇਗਾ। ਇਸੇ ਤਰ੍ਹਾਂ ਇਹਨਾਂ ਅੱਖਾਂ ਦੇ ਰਾਹੀਂ ਤੇ ਇਹਨਾਂ ਕੰਨਾਂ ਦੇ ਰਾਹੀਂ ਜੋ ਸਾਡੇ ਅੰਦਰ ਜਾਂਦਾ ਹੈ, ਉਹ ਸਾਡੇ ਮਨ ਦੀ ਖੁਰਾਕ ਹੈ। ਤੇ ਜੇਕਰ ਤੁਸੀਂ ਚੰਗਾ ਦੇਖਿਆ ਨਹੀਂ, ਚੰਗਾ ਸੁਣਿਆ ਨਹੀਂ, ਦੇਖਿਆ ਮਾੜਾ, ਸੁਣਿਆ ਮਾੜਾ, ਇਹਦਾ ਅਰਥ ਕੀ ਹੈ? ਖੁਰਾਕ ਕਿਹੜੀ ਮਿਲਣੀ ਹੈ ਮਨ ਨੂੰ? ਮਾੜੀ ਮਿਲਣੀ ਹੈ। ਜਦੋਂ ਖੁਰਾਕ ਹੀ ਉਹ ਮਿਲੀ ਜਿਹਨੇ ਮਨ ਨੂੰ ਸਿਰਫ ਭਟਕਾਣਾ ਹੈ, ਤੇ ਫਿਰ ਗੁਰਮੁਖ ਪਿਆਰਿਓ ਮਨ ਟਿਕੇਗਾ ਕਿਵੇਂ? ਮਹਾਰਾਜ ਕਹਿੰਦੇ ਪਹਿਲਾ ਧਿਆਨ ਦੇਣਾ ਹੈ, ਪਹਿਲਾ ਤਿਆਗ ਕਰਨਾ ਹੈ। 5 ਤਿਆਗ ਨੇ। ਪਹਿਲਾ ਤਿਆਗ ਕਰਨਾ ਹੈ ਕਿ ਆਪਣੀਆਂ ਅੱਖਾਂ ਨਾਲ ਪਰ ਤਨ, ਪਰ ਧਨ, ਪਰ ਰੂਪ ਇਹ ਨਹੀਂ ਦੇਖਣਾ।
ਕੀ ਦੇਖਣਾ? ਮਹਾਰਾਜ ਰੋਜ਼ ਸਾਨੂੰ ਸਮਝਾਉਂਦੇ ਨੇ, ਤੁਸੀਂ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਦੇ ਹੋ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਦੇਖਣਾ ਕੀ ਹੈ? ਇਹ ਵੇ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹਨਾਂ ਅੱਖਾਂ ਨਾਲ ਕੀ ਦੇਖਣਾ? ਸਭ ਦੇ ਅੰਦਰ ਸਭ ਮਹਿ ਜੋਤ ਜੋਤ ਹੈ ਸੋਈ, ਤਿਸ ਦਾ ਚਾਨਣ ਸਭ ਮੈਂ ਚਾਨਣ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ, ਅੱਖੀਓ ਤੱਕਣਾ ਸ਼ਾਨ ਤੁਹਾਡੀ, ਕੌਣ ਕਹੇ ਤੁਸੀਂ ਤੱਕੋ ਨਾ। ਜਗਤ ਤਮਾਸ਼ਾ ਤੱਕ 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 ਰਜੋ, ਤੱਕਦੀਆਂ ਤੱਕਦੀਆਂ ਅੱਕੋ ਨਾ। ਪਰ ਇਸ ਤੱਕ ਵਿੱਚ ਚੇਤੇ ਰੱਖਿਓ, ਮੈਲੀਆਂ ਮੂਲ ਨਾ ਹੋਇਓ ਜੇ, ਜਗਤ ਸੁਆਮੀ ਦੇ ਅੰਮ੍ਰਿਤ ਨੂੰ ਜ਼ਹਿਰ ਬਣਾ ਕੇ ਫੱਕੋ। ਭਾਈ ਸਾਹਿਬ ਵੀਰ ਸਿੰਘ ਜੀ ਕਹਿੰਦੇ, ਦੇਖੋ ਦੇਖਣਾ ਤੁਹਾਡੀ ਸ਼ਾਨ ਹੈ, ਅੱਖਾਂ ਨੂੰ ਕਹਿੰਦੇ ਨੇ, ਪਰ ਇਹਨਾਂ ਅੱਖਾਂ ਨਾਲ ਜੋ ਅੰਮ੍ਰਿਤ ਮਾਲਕ ਨੇ ਸੰਸਾਰ 'ਚ ਪਾਇਆ ਹੈ ਨਾ, ਉਹ ਅੰਮ੍ਰਿਤ ਨੂੰ ਅੰਮ੍ਰਿਤ ਦੀ ਤਰ੍ਹਾਂ ਹੀ ਦੇਖਣਾ ਹੈ, ਉਹਨੂੰ ਜ਼ਹਿਰ ਨਹੀਂ ਬਣਾਉਣਾ। ਅਗਰ ਜ਼ਹਿਰ ਬਣਾ ਲਿਆ, ਤੁਸੀਂ ਫੱਕੋ ਜ਼ਹਿਰ, ਖਾਓ ਜ਼ਹਿਰ, ਤੇ ਫਿਰ ਕਹੋ ਤੁਸੀਂ ਮਨ ਟਿਕਦਾ ਕੋਈ ਨਹੀਂ। ਕਿਵੇਂ ਟਿਕੇਗਾ? ਸਾਡਾ ਮਨ ਟਿਕਦਾ ਕਿਉਂ ਨਹੀਂ? ਉਹਦਾ ਕਾਰਨ ਇਹ ਹੈ ਕਿ ਅਸੀਂ ਅੱਖਾਂ ਨਾਲ ਜ਼ਹਿਰ ਫੱਕਦੇ ਹਾਂ, ਕੰਨਾਂ ਨਾਲ ਜ਼ਹਿਰ ਫੱਕਦੇ ਹਾਂ। ਤੋ ਜਦੋਂ ਅੰਦਰ ਜ਼ਹਿਰ ਜਾਏਗਾ, ਉਹ ਮਨ ਨੂੰ ਟਿਕਣ ਥੋੜ੍ਹੀ ਦੇਗਾ। ਪਹਿਲਾ ਤਿਆਗ ਗੁਰੂ ਸਾਹਿਬ ਜੀ ਕਹਿੰਦੇ 5 ਤਿਆਗ ਕਰਨੇ ਨੇ। ਪਹਿਲਾ ਤਿਆਗ ਪਰ ਤਨ ਪਰ ਰੂਪ, ਆਪਣੀਆਂ ਅੱਖਾਂ ਵੱਲ ਧਿਆਨ ਦੇਣਾ। ਅੱਖੀਂ ਬਾਝੋਂ ਵੇਖਣਾ, ਵਿਣ ਕੰਨਾਂ ਸੁਣਨਾ। ਦੂਜਾ ਧਿਆਨ ਆਪਣੇ ਕੰਨਾਂ ਵੱਲ। ਮਹਾਰਾਜ ਕਹਿੰਦੇ ਉਹ ਨਹੀਂ ਸੁਣਨਾ ਜੋ ਸੁਣ ਯੋਗ ਨਹੀਂ ਹੈ। ਸੁਣਨਾ ਕੀ ਹੈ? ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਆਪਾਂ ਕੀ ਸੁਣਦੇ ਆ? ਗੰਦਨ ਵੈਣ ਸੁਣੈ ਹਿਤਕਾਰੀ, ਗੰਦੇ ਮੰਦੇ ਗੀਤ ਸੁਣਦੇ ਆ, ਨਿੰਦਿਆ ਚੁਗਲੀ ਸੁਣਦੇ ਆ। ਜਦੋਂ ਤੁਸੀਂ ਆਪਣੇ ਕੰਨਾਂ ਵੱਲ ਧਿਆਨ ਨਾ ਦਿਓਗੇ, ਮਨ ਨਹੀਂ ਟਿਕੇਗਾ। ਜਿੱਦਣ ਤੁਸੀਂ ਆਪਣੇ ਕੰਨਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਕਿ ਆਹ ਚੀਜ਼ ਸੁਣਨ ਯੋਗ ਹੈ, ਇਹ ਸੁਣਨੀ ਚਾਹੀਦੀ ਹੈ, ਆਹ ਸੁਣਨ ਦੇ ਯੋਗ ਨਹੀਂ, ਇਸੇ ਕਰਕੇ ਮੈਨੂੰ ਸੁਣਨਾ ਨਹੀਂ। ਆਹ ਚੀਜ਼ ਦੇਖਣ ਯੋਗ ਨਹੀਂ, ਮੈਂ ਨਹੀਂ ਦੇਖਣਾ। ਅੱਖੀਂ ਬਾਝੋਂ ਵੇਖਣਾ, ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ, ਬਿਨ ਹੱਥਾਂ ਕਰਨਾ। ਤੀਜਾ ਤਿਆਗ ਜਿਹੜਾ ਹੈ ਉਹ ਇਹ ਕਰਨਾ ਹੈ ਕਿ ਕਦੀ ਵੀ ਆਪਣੇ ਪੈਰਾਂ ਨਾਲ ਬੁਰੇ ਪਾਸੇ ਚੱਲ ਕੇ ਨਹੀਂ ਜਾਣਾ। ਚੌਥਾ ਤਿਆਗ ਕਰਨਾ ਹੈ ਨਾ ਆਪਣੇ ਹੱਥਾਂ ਦੇ ਨਾਲ ਕਦੀ ਕਿਸੇ ਦਾ ਬੁਰਾ ਨਹੀਂ ਕਰਨਾ। ਮਹਾਰਾਜ ਜੀ ਕਹਿੰਦੇ ਪੈਰਾਂ ਬਾਝੋਂ ਚੱਲਣਾ, ਬਿਨ ਹੱਥਾਂ ਕਰਨਾ, ਜੀਵੈ ਬਾਝੋਂ ਬੋਲਣਾ, ਇਉਂ ਜੀਵਤ ਮਰਨਾ। ਆ ਜੀਵ ਤੋਂ ਬਿਨਾਂ ਬੋਲਣਾ ਹੈ, ਭਾਵ ਕਿ ਇਸ ਜੀਵ ਨਾਲ ਉਹ ਨਹੀਂ ਬੋਲਣਾ ਜੋ ਬੋਲਣ ਦੇ ਯੋਗ ਨਹੀਂ। ਕੁਰਖਤ ਨਹੀਂ ਬੋਲਣਾ, ਖੋਟਾ ਨਹੀਂ ਬੋਲਣਾ, ਮਾੜਾ ਨਹੀਂ ਬੋਲਣਾ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਹਰਾ, ਹਉ ਸੰਭਲ ਥੱਕੀ ਜਿਉ ਕਦੇ ਨਾ ਬੋਲੇ ਕੌੜਾ। ਇਹ 5 ਤਿਆਗ ਜੇਕਰ ਤੁਸੀਂ ਕਰ ਲੈਂਦੇ ਹੋ, ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਅੱਖਾਂ ਨੂੰ, ਕੰਨਾਂ ਨੂੰ, ਆਪਣੇ ਹੱਥਾਂ ਨੂੰ, ਆਪਣੇ ਪੈਰਾਂ ਨੂੰ ਤੇ ਆਪਣੀ ਜ਼ੁਬਾਨ ਨੂੰ ਜੇਕਰ ਤੁਸੀਂ ਬੁਰੇ ਪਾਸੇ ਤੋਂ ਰੋਕ ਲੈਂਦੇ ਹੋ, ਫਿਰ ਕੀ ਹੋਏਗਾ? ਨਾਨਕ ਹੁਕਮ ਪਛਾਣ ਕੈ ਤਉ ਖਸਮੈ ਮਿਲਣਾ। ਕਹਿੰਦੇ ਆਹ ਢੰਗ ਹੈ ਗੁਰੂ ਅੰਗਦ ਮਹਾਰਾਜ ਜੀ ਕਹਿੰਦੇ ਪਰਿਪੂਰਨ ਪ੍ਰਮਾਤਮਾ ਨੂੰ ਮਿਲਣ ਦਾ। ਅੱਖਾਂ ਨਾਲ ਬੁਰਾ ਨਹੀਂ ਦੇਖਣਾ, ਕੰਨਾਂ ਨਾਲ ਬੁਰਾ ਨਹੀਂ ਸੁਣਨਾ, ਹੱਥਾਂ ਨਾਲ ਬੁਰਾ ਨਹੀਂ ਕਰਨਾ, ਪੈਰਾਂ ਨਾਲ ਚੱਲ ਕੇ ਬੁਰੇ ਪਾਸੇ ਨਹੀਂ ਜਾਣਾ, ਆ ਜੀਭ ਨਾਲ ਬੁਰਾਈ ਨਹੀਂ ਕਰਨੀ, ਕਿਸੇ ਦਾ ਮਾੜਾ ਨਹੀਂ ਕਰਨਾ। ਜਦੋਂ ਤੁਸੀਂ ਇਹ 5 ਤਿਆਗ ਕਰ ਦਿੰਦੇ ਹੋ, 5 ਚੀਜ਼ਾਂ ਨੂੰ ਤਿਆਗ ਦਿੰਦੇ ਹੋ, 5 ਚੀਜ਼ਾਂ ਨੂੰ ਛੱਡ ਦਿੰਦੇ ਹੋ,
ਤੇ ਫਿਰ ਸਤਿਗੁਰੂ ਗੁਰੂ ਅੰਗਦ ਮਹਾਰਾਜ ਜੀ ਕਹਿੰਦੇ ਨਾਨਕ ਹੁਕਮ ਪਛਾਣ ਕੇ ਤੋ ਖਸਮੈ ਮਿਲਣਾ। ਇਹ ਸੁਖਾਲਾ ਜਿਹਾ ਢੰਗ ਹੈ, ਸੁਖਾਲਾ ਜਿਹਾ ਤਰੀਕਾ ਹੈ ਪਰਿਪੂਰਨ ਪ੍ਰਮਾਤਮਾ ਦੀ ਕਿਰਪਾ ਪ੍ਰਾਪਤ ਕਰਨ ਦਾ, ਬਖਸ਼ਿਸ਼ ਪ੍ਰਾਪਤ ਕਰਨ ਦਾ, ਮਿਹਰਮਤ ਪ੍ਰਾਪਤ ਕਰਨ ਦਾ। ਅਗਰ ਕਿਰਪਾ ਚਾਹੀਦੀ ਹੈ, ਅਗਰ ਸਤਿਗੁਰ ਦਾ ਤਰਸ ਚਾਹੀਦਾ ਹੈ, ਤੇ ਫਿਰ ਇਹਨਾਂ ਚੀਜ਼ਾਂ ਨੂੰ ਤਿਆਗੀਏ। ਔਰ ਗੁਰਮੁਖ ਜਣੋ, ਮਨ ਨੂੰ ਟਿਕਾਣਾ ਚਾਹੁੰਦੇ ਆ ਤੇ ਉਹਦੇ ਲਈ ਧਿਆਨ ਦਿਓ, ਆਪਣੇ ਅੱਖਾਂ ਵੱਲ ਧਿਆਨ ਦਿਓ, ਆਪਣੇ ਕੰਨਾਂ ਵੱਲ ਧਿਆਨ ਦਿਓ, ਆਪਣੇ ਸਪਰਸ਼ ਵੱਲ। ਸਿਰਫ ਇੱਕ ਚੀਜ਼ ਦਾ ਧਿਆਨ ਦੇਣਾ ਹੈ ਕਿ ਜੋ ਤੁਹਾਡੇ ਅੰਦਰ ਜਾ ਰਿਹਾ ਹੈ ਉਹ ਸਹੀ ਜਾਏ। ਮਨ ਆਪਣੇ ਆਪ ਸ਼ਾਂਤ ਹੋ ਜਾਏਗਾ, ਮਨ ਆਪਣੇ ਆਪ ਟਿਕ ਜਾਏਗਾ।